ਹਕੀਮ ਨਿਆਜ਼ ਅਹਿਮਦ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੀ ਬੈਠਕ ਲਈ ਵੇਲ ਕੱਢਿਆ। ਆਮ ਇੱਕ ਨਜ਼ਰੀਆ ਆਵਾਮ ਦੇ ਵਿੱਚ ਪਾਇਆ ਜਾਂਦਾ ਹੈ ਕਿ ਜਿਸ ਬੰਦੇ ਨੂੰ ਸ਼ੂਗਰ ਹੋਵੇ, ਅਗਰ ਉਹ ਆਪਣੀ ਥੋੜੀ ਜਿਹੀ ਡਾਈਟ ਕੰਟਰੋਲ ਕਰੇ, ਨਾਲ ਵਾਕ ਕਰੇ, ਵਰਜ਼ਿਸ਼ ਕਰੇ, ਤੇ ਉਹਦੀ ਸ਼ੂਗਰ ਠੀਕ ਹੋ ਜਾਂਦੀ। ਤੇ ਬੱਚੇ ਤਾਂ ਹਾਲੇ ਭੱਜਦੇ ਧਰੁਕਦੇ ਰਹਿੰਦੇ ਨੇ, ਖੇਡਦੇ ਰਹਿੰਦੇ ਨੇ, ਫਿਰ ਉਹ ਕਿਵੇਂ ਇਸ ਦਾ ਜ਼ਿਆਦਤੀਸ ਦਾ ਸ਼ਿਕਾਰ ਹੋ ਜਾਂਦੇ ਨੇ? ਤਹਿਕੀਕਾਤੀ ਇਦਾਰੇ ਨੇ ਨਾ ਜੀ, ਉਹਨਾਂ ਦੇ ਮੁਤਾਬਕ ਇਹ ਵੇ ਕਿ ਜ਼ਿਆਦਾਤਰ ਬੱਚੇ ਡਾਇਬਟੀਜ਼ ਦੇ ਉਹ ਸ਼ਿਕਾਰ ਹੁੰਦੇ ਨੇ ਜਿਹੜੇ ਬੱਚੇ ਜ਼ਿਆਦਾ ਲੇਜ਼ੀ ਹੁੰਦੇ ਨੇ। ਸਹੀ। ਕਿਉਂਕਿ ਜਦੋਂ ਦਾ ਡਿਜੀਟਲ ਮੀਡੀਆ ਆ ਗਿਆ, ਮੋਬਾਈਲ ਆ ਗਿਆ, ਐਂਡਰੋਇਡ ਆ ਗਿਆ, ਬੱਚੇ ਜ਼ਿਆਦਾਤਰ ਇਹਦੇ 'ਚ ਮਸਰੂਫ ਰਹਿੰਦੇ ਨੇ। ਉਹਨਾਂ ਦਾ ਖਾਣਾ ਪੀਣਾ ਜ਼ਿਆਦਾ ਹੈ, ਕਿਉਂਕਿ ਅਸੀਂ ਦੇਖਦੇ ਹਾਂ ਜੰਕ ਫੂਡ ਆ ਗਿਆ, ਫਾਸਟ ਫੂਡ ਆ ਗਿਆ, ਪ੍ਰੋਸੈਸ ਫੂਡ ਆ ਗਿਆ। ਉਹਨਾਂ ਬੱਚਿਆਂ ਦਾ ਉਸ ਲਿਹਾਜ਼ ਨਾਲ ਕੰਜ਼ਪਸ਼ਨ ਨਹੀਂ ਹੋ ਪਾਉਂਦੀ ਜਿਸ ਤਰ੍ਹਾਂ ਕਿ ਹਾਜ਼ਮਾ ਹੋਣਾ ਚਾਹੀਦਾ, ਔਰ ਉਸ ਗ਼ਿਜ਼ਾ ਦੀ ਯੂਟੀਲਾਈਜੇਸ਼ਨ ਵੀ ਨਹੀਂ ਹੋ ਪਾਉਂਦੀ। ਲਿਹਾਜ਼ਾ ਇਹ ਸਾਰੀਆਂ ਚੀਜ਼ਾਂ ਪਹਿਲੇ ਫੈਟ ਦਾ ਜ਼ਰਾ ਬਣਦੇ ਨੇ। ਤੁਸੀਂ ਦੇਖਿਆ ਨਾ ਕਿ ਅਕਸਰ ਬੱਚਿਆਂ ਦੇ ਅੰਦਰ ਮੋਟਾਪਾ ਬਹੁਤ ਜ਼ਿਆਦਾ ਪਾਇਆ ਜਾ ਰਿਹਾ। ਲਿਹਾਜ਼ਾ ਅਸੀਂ ਇਹ ਸਮਝਦੇ ਹਾਂ ਕਿ ਅੱਜ ਵੀ ਐਸੇ ਬੱਚੇ ਜਿਹੜੇ ਨੱਸਣ ਭੱਜਣ ਵਾਲੇ ਨੇ, ਜਿਹੜੇ ਖੇਲਣ ਕੁੱਦਣ ਵਾਲੇ ਨੇ, ਉਹ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਨੇ। ਨਈ ਤਹਿਕੀਕ ਇਹ ਵੀ ਕਹਿੰਦੀ ਹੈ ਕਿ ਐਸੇ ਬੱਚੇ ਜਿਨ੍ਹਾਂ ਨੂੰ ਮਦਰ ਫੀਡ ਨਹੀਂ ਮਿਲਦਾ, ਉਹਨਾਂ ਨੂੰ ਟਾਈਪ 1 ਸ਼ੂਗਰ ਹੋਣ ਦਾ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ। ਅੱਛਾ। ਐਸੇ ਬੱਚੇ ਜਿਹੜੇ ਇਨਫੈਂਟਸ ਹੁੰਦੇ ਨੇ, ਔਰ ਤੁਸੀਂ ਉਹਨਾਂ ਨੂੰ ਦੂਸਰਾ ਅੱਜ ਕੱਲ੍ਹ ਜਿਸ ਤਰ੍ਹਾਂ ਕੈਮੀਕਲਸ ਵਾਲਾ ਜਿਹੜਾ ਖੁਸ਼ਕ ਦੁੱਧ ਵਗੈਰਾ ਲਾਉਂਦੇ ਆ, ਕਿਉਂਕਿ ਇੱਕ ਕੈਮੀਕਲਸ ਬੇਸ ਹੈ ਨਾ ਜੀ। ਇਨਸਾਨ ਦੀ ਪੈਦਾਇਸ਼ ਜਿਹੜੀ ਉਹ ਫਿਤਰਤ ਹੈ ਵੇ। ਜਦੋਂ ਅਸੀਂ ਇਹਨੂੰ ਫਿਤਰਤੀ ਚੀਜ਼ਾਂ ਦੇਵਾਂਗੇ, ਉਹ ਇਹਦੇ ਮਿਜ਼ਾਜ ਦੇ ਨਾਲ ਔਰ ਉਹਦੀ ਤਬੀਅਤ ਦੇ ਨਾਲ ਉਹ ਮੈਚ ਕਰਨਗੀਆਂ। ਲੇਕਿਨ ਜਦੋਂ ਅਗੇਂਸਟ ਆਫ ਨੇਚਰ ਅਸੀਂ ਕੋਈ ਚੀਜ਼ ਵੀ ਦਿਆਂਗੇ, ਸਾਡਾ ਕੋਈ ਤਰਜ਼ ਅਮਲ ਹੋਏਗਾ, ਸਾਡੀ ਕੋਈ ਖੁਰਾਕ ਹੋਏਗੀ, ਤੇ ਉਹ ਲਾ ਮਹੱਲਾ ਉਹਦਾ ਇੱਕ ਰੱਦ ਅਮਲ ਹੋਏਗਾ। ਅਸੀਂ ਇਹ ਸਮਝਦੇ ਕਿ ਇੱਕ ਰੱਦ ਅਮਲ ਦੇ ਤੌਰ ਤੇ ਇਹ ਚੀਜ਼ਾਂ ਨੇ। ਲੇਕਿਨ ਕੁਝ ਲੋਕਾਂ ਦਾ ਤੁਹਾਡਾ ਮੁਦਾਫਤੀ ਨਿਜ਼ਾਮ ਬੜਾ ਮਜ਼ਬੂਤ ਹੁੰਦਾ ਹੈ, ਉਹ ਇਹਨਾਂ ਚੀਜ਼ਾਂ ਨੂੰ ਮੈਨੇਜ ਕਰ ਜਾਂਦਾ ਹੈ। ਲੇਕਿਨ ਜਿਨ੍ਹਾਂ ਲੋਕਾਂ ਦਾ ਮੁਦਾਫਤੀ ਨਿਜ਼ਾਮ ਮਜ਼ਬੂਤ ਨਹੀਂ ਹੁੰਦਾ, ਉਹ ਕਿਸੇ ਨਾ ਕਿਸੇ ਬਿਮਾਰੀ 'ਚ ਮੁਬਤਲਾ ਹੋ ਜਾਂਦੇ ਨੇ। ਹਕੀਮ ਸਾਹਿਬ, ਮਿਸਾਲ ਦੇ ਤੌਰ ਤੇ ਇੱਕ ਬੱਚਾ ਹੈ ਜਿਸ ਨੂੰ ਬਹੁਤ ਹੀ ਘੱਟ ਉਮਰ ਦੇ ਵਿੱਚ ਸ਼ੂਗਰ ਹੋ ਗਈ, ਦਵਾਈਆਂ ਤੇ ਇਲਾਜ ਤਾਂ ਉਸਦਾ ਚੱਲ ਰਿਹਾ ਹੈ, ਉਸਦੀ ਖੁਰਾਕ ਦੇ ਵਿੱਚ ਕਿਹੜੀਆਂ ਸ਼ੈਵਾਂ ਦੇ ਉੱਤੇ ਥੋੜੀ ਸਾਨੂੰ ਤਵੱਜੋ ਰੱਖਣੀ ਚਾਹੀਦੀ ਹੈ? ਦੇਖੋ ਜੀ, ਅਗਰ ਉਸ ਬੱਚੇ ਨੂੰ ਸ਼ੂਗਰ ਵੀ ਹੋਈ ਹੈ ਤੇ ਅਕਸਰ ਔਕਾਤ ਇਹ ਦੇਖਿਆ ਜਾਂਦਾ ਹੈ ਕਿ ਉਸ ਬੱਚੇ ਨੂੰ ਹੋਰ ਉਹਦੇ ਨਾਲ ਬਿਮਾਰੀ ਕਿਹੜੀ ਹੈ। ਮਸਲਨ ਮੇਰੇ ਕੋਲ ਪਿਛਲੇ ਦਿਨ 'ਚ ਇੱਕ ਬੱਚਾ ਆਇਆ, ਉਹਦੀ ਉਮਰ ਹੈ ਸੀ 4.5 ਸਾਲ। ਸਹੀ। ਉਹਦਾ ਇਸ਼ੂ ਇਹ ਸੀ ਕਿ ਉਸ ਬੱਚੇ ਨੂੰ ਇੱਕ ਤੇ ਸ਼ਦੀਦ ਕਬਜ਼ ਸੀ, ਤੇ ਨਾਲ ਉਹਨੂੰ 104 ਤੋਂ ਥੱਲੇ ਬੁਖਾਰ ਨਹੀਂ ਆਉਂਦਾ ਸੀ। ਅਗਰ ਉਹਦਾ ਬੁਖਾਰ ਘੱਟ ਕਰਦੇ ਸੀ, ਉਹਦੀ ਸ਼ੂਗਰ 500 ਤੋਂ ਉੱਤੇ ਚਲੀ ਜਾਂਦੀ ਸੀ। ਅੱਛਾ। ਹੁਣ ਉਹਦੇ 'ਚ ਉਸ ਬੱਚੇ ਨੂੰ ਜਦੋਂ ਉਹਦੀਆਂ ਅੰਤੜੀਆਂ ਨੂੰ ਮੇਨਟੇਨ ਕੀਤਾ ਗਿਆ, ਰੈਗੂਲੇਟ ਕੀਤਾ ਗਿਆ ਥੋੜ੍ਹਾ ਜਿਹਾ, ਤੇ ਉਹਦਾ ਬੁਖਾਰ ਵੀ ਥੱਲੇ ਆਇਆ, ਉਹਦੀ ਸ਼ੂਗਰ ਵੀ ਥੱਲੇ ਆਈ। ਬਾਜ਼ ਕਤ ਬਿਮਾਰੀਆਂ ਆਪਸ 'ਚ ਕੋ ਲਿੰਕ ਵੀ ਹੁੰਦੀਆਂ ਨੇ। ਸਭ ਤੋਂ ਪਹਿਲੇ ਤਾਂ ਕੋਈ ਵੀ ਸਮਝਦਾਰ ਡਾਕਟਰ ਜਿਹੜਾ ਨਾ ਜੀ, ਉਹ ਬੱਚੇ ਦਾ ਪੂਰਾ ਫਿਜ਼ੀਕਲੀ ਮੁਆਇਨਾ ਕਰੇਗਾ ਕਿ ਇਹਦੇ ਪਿੱਛੇ ਕੀ, ਜਿਸ ਤਰ੍ਹਾਂ ਨੇ ਥਾਇਰਾਇਡ ਦੀ ਗੱਲ ਕੀਤੀ ਕਿ ਥਾਇਰਾਇਡ ਜਿਹੜਾ ਉਹ ਵੀ ਬਹੁਤ ਸਾਰੀ ਬਿਮਾਰੀਆਂ ਦੇ ਸਬਬ ਬਣ ਜਾਂਦਾ। ਲਿਹਾਜ਼ਾ ਇੱਕ ਤੇ ਸਭ ਤੋਂ ਪਹਿਲੇ ਬੱਚੇ ਵਾਸਤੇ ਬੜਾ ਜ਼ਰੂਰੀ ਹੁੰਦਾ ਕਿ ਉਹਦੇ ਨਾਲ ਦੂਸਰੀ ਬਿਮਾਰੀ ਕੋਈ ਤੇ ਨਹੀਂ। ਫਿਰ ਉਸ ਤੋਂ ਬਾਅਦ ਫਿਰ ਅਗਰ ਬੱਚੇ ਨੂੰ ਅਸੀਂ ਖੁਰਾਕ ਤੇ ਲਿਆਉਣਾ ਹੈ, ਤੇ ਕੋਸ਼ਿਸ਼ ਇਹ ਕਰਨਾ ਹੈ ਕਿ ਬੱਚੇ ਨੂੰ ਮਲਟੀਗ੍ਰੇਨ ਜਿਹੜੀ ਹੈ, ਜਿਸ ਤਰ੍ਹਾਂ ਫਾਈਬਰ ਜ਼ਿਆਦਾ ਹੈ, ਸਹੀ ਹੋਲ ਵੀਟ ਜਿਹੜੀ ਰੋਟੀ ਹੈ ਉਹ ਦੇਣੀ ਹੈ। ਜਿੰਨੀ ਵੀ ਮੈਦੇ ਦੀ ਚੀਜ਼ਾਂ ਨੇ, ਇਹ ਜਿਹੜੀ ਬ੍ਰੈਡ ਹੈ, ਇਹ ਤੋਂ ਅਸੀਂ ਬਚਾਉਣਾ ਹੈ। ਪ੍ਰੋਸੈਸ ਫੂਡ ਤੋਂ ਬਚਾਉਣਾ ਹੈ ਅਸੀਂ। ਬੱਚੇ ਦੀ ਉਹਦੀ ਇੱਕ ਮੁਤਵਾਜ਼ਨ ਗ਼ਿਜ਼ਾ ਕਰਨੀ ਹੈ, ਜਿਹਦੇ 'ਚ ਫਲ ਵੀ ਹੋਣ, ਉਹਦੇ 'ਚ ਸਬਜ਼ੀਆਂ ਵੀ ਕਿਸੇ ਸ਼ਕਲ 'ਚ, ਅਗਰ ਬੱਚਾ ਕੱਚੀ ਨਹੀਂ ਖਾ ਰਿਹਾ, ਇਹਨੂੰ ਉਬਾਲ ਕੇ ਉਹਦੇ ਅੰਦਰ ਕੋਈ ਵੀ ਚੀਜ਼ ਤੁਸੀਂ ਹਲਕਾ ਜਿਹਾ ਕੁਝ ਜਿਸ ਤਰ੍ਹਾਂ ਚਾਟ ਮਸਾਲਾ ਵਗੈਰਾ, ਤਾਂ ਕਿ ਬੱਚੇ ਨੂੰ ਉਹਦੇ 'ਚ ਦਿਲਚਸਪੀ ਪੈਦਾ ਹੋਏ, ਤਾਂ ਕਿ ਉਸ ਬੱਚੇ ਦੀ ਗ਼ਿਜ਼ਾ ਇੱਕ ਮੁਕੰਮਲ ਹੋਵੇ ਔਰ ਮੁਤਵਾਜ਼ਨ ਹੋਏ। ਜਿੰਨਾ ਅਸੀਂ ਜ਼ਿਆਦਾ ਫਾਈਬਰ ਦੇਵਾਂਗੇ, ਉਹਨਾਂ ਉਸ ਬੱਚੇ ਦੀ ਸਿਹਤ ਵਾਸਤੇ ਠੀਕ ਹੋਏਗਾ। ਔਰ ਉਸ ਬੱਚੇ ਦੀ ਜਿਹੜੀ ਚੀਨੀ ਹੈ ਜਿਸ ਤਰ੍ਹਾਂ, ਜਾਂ ਚੀਨੀ ਦੀ ਬਣੀਆਂ ਜਿਤਨੀਆਂ ਮਸਨੂਆਤ ਨੇ, ਅਸੀਂ ਉਹਨੂੰ ਘੱਟ ਕਰ ਦਿਆਂਗੇ। ਲੇਕਿਨ ਚੂँਕਿ ਉਸ ਬੱਚੇ ਨੂੰ ਇਨਸੂਲਿਨ ਦੀ ਜ਼ਰੂਰਤ ਹੁੰਦੀ ਹੈ, ਉਹਨੂੰ ਮਿੱਠੇ ਦੀਆਂ ਚੀਜ਼ਾਂ ਦੇਣ ਨਾਲ ਹਰਜ ਤੇ ਕੋਈ ਨਹੀਂ, ਲੇਕਿਨ ਉਹ ਮਹਿਦੂਦ ਹੱਦ 'ਚ ਦਿੱਤੀਆਂ ਜਾਣ, ਤਾਂ ਕਿ ਜਿਹੜੇ ਕਾਰਬੋਹਾਈਡਰੇਟਸ ਨੇ ਉਹ ਜ਼ਿਆਦਾ ਨਾ ਹੋਣ, ਉਹਦੇ ਮਜ਼ੀਦ ਉਹਦੀ ਕੋਈ ਕੰਪਲੀਕੇਸ਼ਨ ਉਹਦੇ ਜਿਸਮ 'ਚ ਪੈਦਾ ਨਾ